ਹੈਲੋ ਦੋਸਤੋ, ਮੋਸਟ ਵੈਲਕਮ ਇੱਕ ਹੋਰ ਲੈਕਚਰ ਦੇ ਵਿੱਚ। ਤਾਂ ਲੈਕਚਰ ਨੰਬਰ 10 ਹੈਗਾ ਅੱਜ ਆਪਣਾ। ਤਾਂ ਅੱਜ ਆਪਾਂ ਇਹਦੇ ਵਿੱਚ ਕਰਾਂਗੇ ਮੈਥ ਦੇ ਜਿਹੜੇ ਬੇਸਿਕ ਜਿਓਮੈਟ੍ਰੀਕਲ ਕਨਸੈਪਟ ਹੈ ਨਾ, ਸਾਰੇ ਲਾਈਨ ਤੇ ਆਪਣੇ ਕੋਲ ਹੋ ਗਏ, ਉਦੋਂ ਬਾਅਦ ਪੁਆਇੰਟ ਹੋ ਗਿਆ, ਲਾਈਨ ਸੈਗਮੈਂਟ, ਰੇ, ਪਲੇਨ, ਇਹ ਸਾਰੀਆਂ ਚੀਜ਼ਾਂ ਦੇ ਵਿੱਚ ਤੁਹਾਨੂੰ ਮੈਂ ਥਿਊਰੀ ਕਰਾਊਂਗਾ ਕਿ ਇਹਨਾਂ ਨੂੰ ਜੇ ਥਿਊਰੀ ਬੇਸਿਕ ਕੁਐਸਚਨ ਆ ਜਾਣ ਤਾਂ ਆਪਾਂ ਅਟੈਂਪਟ ਕਿਵੇਂ ਕਰਨਾ ਹੈ। ਤਾਂ ਉਦੋਂ ਬਾਅਦ ਮੰਨ ਕੇ ਚਲੋ ਇੱਕ ਦੋ ਲੈਕਚਰ ਹੋਰ ਲੱਗਣਗੇ ਇਹਦੇ ਵਿੱਚ, ਥੋੜਾ ਜਿਹਾ ਲੈਂਥੀ ਹੈਗਾ ਜਿਓਮੈਟਰੀ ਵਾਲਾ ਕਨਸੈਪਟ। ਤਾਂ ਅੱਜ ਆਪਾਂ ਇਹਦੇ ਵਿੱਚ ਕਰਾਂਗੇ ਪੁਆਇੰਟ ਤੇ ਲਾਈਨ ਨੂੰ ਲੈ ਕੇ, ਫਿਰ ਨੈਕਸਟ ਵਾਲੇ ਚ ਆਪਾਂ ਕਰ ਲਾਂਗੇ ਸਕੁਅਰ ਹੋ ਗਿਆ ਆਪਣਾ, ਉਸ ਤੋਂ ਬਾਅਦ ਹੋ ਗਿਆ ਚਤੁਰਭੁਜ ਹੋ ਗਿਆ, ਸਾਰੇ ਰੈਕਟੈਂਗਲ ਸਾਰੇ ਸੇਮ ਜਿੰਨੇ ਵੀ ਇਕੱਠੇ ਇਕੱਠੇ ਬਣ ਕੇ ਆਪਣੇ ਕੋਲ ਕੰਪਲੀਟ ਹੁੰਦੇ ਹੋਏ ਨਾ, ਜਿਵੇਂ ਉਹਨਾਂ ਦੇ ਫਾਰਮੂਲਾਜ਼ ਹੋ ਗਏ, ਸਾਰੀਆਂ ਚੀਜ਼ਾਂ ਕਰਾਂਗੇ। ਪਰ ਇੱਕ ਦੋ ਲੈਕਚਰ ਮੈਨੂੰ ਜ਼ਰੂਰ ਦਿਓ ਆਪਣੇ ਕਿ ਤੁਸੀਂ ਇੱਕ ਦੋ ਲੈਕਚਰ ਅਟੈਂਡ ਕਰੋ, ਫਿਰ ਹੀ ਆਪਾਂ ਨੂੰ ਜਿਓਮੈਟਰੀ ਵਾਲਾ ਕਨਸੈਪਟ ਸਮਝ ਆਊਗਾ। ਤੁਹਾਨੂੰ ਮੈਂ ਹੋਮਵਰਕ ਦਿੰਦਾ ਰਹੂੰਗਾ ਟਾਈਮ ਟੂ ਟਾਈਮ। ਜੇ ਉਹਦੇ ਵਿੱਚੋਂ ਨਾ ਕੁਝ ਸਮਝ ਲੱਗੇ ਤਾਂ ਤੁਸੀਂ ਕਮੈਂਟ ਕਰਕੇ ਪੁੱਛ ਸਕਦੇ ਹੋ। ਤਾਂ ਸ਼ੁਰੂ ਕਰਦੇ ਹਾਂ ਬਿਨਾਂ ਟਾਈਮ ਵੇਸਟ ਕੀਤੇ। 15 ਤੋਂ 20 ਮਿੰਟ ਦੇ ਪ੍ਰੋਕਸੀ ਲੈਕਚਰ ਹੋਊਗਾ, ਪਰ ਥਿਊਰੀ ਧਿਆਨ ਨਾਲ ਪੜ੍ਹ ਲਿਓ। ਇਹਦੇ ਵਿੱਚ ਮੈਂ ਲਿਖੀ ਵੀ ਹੋਈ ਹੈ, ਤੁਹਾਨੂੰ ਮੈਂ ਨਾਲ ਨਾਲ ਦੱਸਦਾ ਰਹੂੰ। ਪਹਿਲਾਂ ਆਪਾਂ ਗੱਲ ਕਰਾਂਗੇ, ਸਭ ਤੋਂ ਪਹਿਲਾਂ ਜਿਹੜਾ ਬੇਸਿਕ ਆਪਣਾ ਕਨਸੈਪਟ ਸ਼ੁਰੂ ਹੁੰਦਾ ਪੁਆਇੰਟ ਤੋਂ। ਠੀਕ ਹੈ, ਆਪਾਂ ਪਹਿਲਾਂ ਗੱਲ ਕਰਾਂਗੇ ਪੁਆਇੰਟ ਤੋਂ। ਪੁਆਇੰਟ ਹੁੰਦਾ ਕੀ ਹੈ? ਜਿਹੜੀਆਂ ਚੀਜ਼ਾਂ ਮੈਂ ਦੱਸੂਗਾ ਉਸ ਤੇ ਧਿਆਨ ਦੇਣਾ, ਜੋ ਲਿਖਿਆ ਉਸ ਤੇ ਪਹਿਲਾਂ ਧਿਆਨ ਨਹੀਂ ਦੇਣਾ ਕਿਤੇ ਉਹ ਦੇਖੀ ਜਾਓ ਤੁਸੀਂ, ਜੋ ਮੈਂ ਦੱਸੀ ਹੈ ਨਾ ਉਹ ਸੁਣੋ ਨਾ, ਕਿਉਂਕਿ ਲਿਖੇ ਤਾਂ ਬੁੱਕ ਚੋਂ ਵੀ ਮਿਲ ਜਾਣਗੇ ਤੁਹਾਨੂੰ ਬਹੁਤ ਸਾਰੀਆਂ, ਪਰ ਜਿਹੜਾ ਮੈਂ ਚੀਜ਼ਾਂ ਤੁਹਾਨੂੰ ਦੱਸੂਗਾ ਉਹ ਚੀਜ਼ਾਂ ਤੁਹਾਨੂੰ ਬੁੱਕਸ ਚੋਂ ਨਹੀਂ ਮਿਲਣਗੀਆਂ। ਹੁਣ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਪੁਆਇੰਟ ਤੇ। ਪੁਆਇੰਟ ਨੂੰ ਪੰਜਾਬੀ ਦੇ ਵਿੱਚ ਕੀ ਕਹਿ ਦਿੰਦੇ ਆਪਾਂ? ਬਿੰਦੂ। ਠੀਕ ਹੈ, ਤਾਂ ਬਿੰਦੂ ਦੇ ਵਿੱਚ ਦੋ ਚਾਰ ਚੀਜ਼ਾਂ ਯਾਦ ਰੱਖਣੀਆਂ ਬਸ। ਇੱਕ ਤਾਂ ਇਹ ਹੁੰਦਾ ਦਿਖਣ ਦੇ ਵਿੱਚ ਤਾਂ ਇਹੋ ਜਿਹਾ ਹੁੰਦਾ ਨਾ ਫੁੱਲ ਸਟਾਪ ਵਰਗਾ, ਇਹਦੇ ਵਿੱਚੋਂ ਆਪਾਂ ਜਿੰਨੀਆਂ ਮਰਜ਼ੀ ਰੇਖਾਵਾਂ ਖਿੱਚ ਸਕਦੇ ਹਾਂ। ਠੀਕ ਹੈ, ਅਣਗਿਣਤ। ਜੇ ਤੁਹਾਨੂੰ ਕੁਐਸਚਨ ਪਹਿਲਾਂ ਹੀ ਪੁੱਛਿਆ ਜਾਵੇ ਕਿ ਇੱਕ ਬਿੰਦੂ ਵਿੱਚੋਂ ਕਿੰਨੀਆਂ ਰੇਖਾਵਾਂ ਖਿੱਚ ਸਕਦੇ ਹੋ, ਤਾਂ ਤੁਹਾਡਾ ਆਨਸਰ ਕੀ ਹੋਊਗਾ? ਅਣਗਿਣਤ। ਪਹਿਲਾ ਕੁਐਸਚਨ, ਜੇ ਨਾਲ ਨਾਲ ਨੋਟ ਕਰਦੇ ਹੋ, ਨੋਟਸ ਬਣਾਉਣੇ ਹੋ ਤਾਂ ਬਣਾਈ ਚੱਲਿਆ ਕਰੋ ਨਾਲ ਨਾਲ, ਕਿਉਂਕਿ ਪੁਆਇੰਟ ਟੂ ਪੁਆਇੰਟ ਮੈਂ ਗੱਲ ਦੱਸਦਾ ਹੁੰਦਾ। ਹੁਣ ਸੈਕਿੰਡ ਆਪਣੇ ਕੋਲ ਲਾਈਨ ਕੀ ਬਣੂਗੀ ਕਿ ਪੁਆਇੰਟ ਦੀ ਕੋਈ ਵੀ ਆਪਣੇ ਕੋਲ ਲੰਬਾਈ ਨਹੀਂ ਹੁੰਦੀ, ਕੋਈ ਚੜਾਈ ਨਹੀਂ ਹੁੰਦੀ ਤੇ ਕੋਈ ਉਚਾਈ ਨਹੀਂ ਹੁੰਦੀ। ਆ ਦੋ ਪੁਆਇੰਟ ਮੰਨ ਗਏ ਨਾ ਕਿ ਪੁਆਇੰਟ ਦੇ ਨਾ ਤਾਂ ਲੰਬਾਈ ਨਾ ਉਚਾਈ ਨਾ ਚੜਾਈ ਹੁੰਦੀ ਹੈ, ਤੇ ਰੇਖਾਵਾਂ ਇਹਦੇ ਵਿੱਚੋਂ ਬਹੁਤ ਸਾਰੀਆਂ ਖਿੱਚੀਆਂ ਜਾ ਸਕਦੀਆਂ। ਜਿਵੇਂ ਫੋਰ ਐਗਜ਼ਾਮਪਲ ਆ ਦੇਖ ਲਓ, ਜਿੰਨੀਆਂ ਮਰਜ਼ੀ ਰੇਖਾਵਾਂ ਖਿੱਚ ਸਕਦੇ ਹੋ ਇੱਕ ਪੁਆਇੰਟ ਦੇ ਵਿੱਚੋਂ। ਕਲੀਅਰ ਹੈ? ਤੇ ਦੋ ਪੁਆਇੰਟ ਦੇ ਵਿੱਚੋਂ ਜੇ ਪੁੱਛਿਆ ਜਾਵੇ ਕਿੰਨੀਆਂ ਰੇਖਾਵਾਂ ਖਿੱਚ ਸਕਦੇ ਹੋ ਤਾਂ ਸਿਰਫ ਇੱਕ। ਇਹ ਵੀ ਨੋਟ ਕਰ ਲਿਓ, ਦੋ ਪੁਆਇੰਟਸ ਦੇ ਵਿੱਚੋਂ ਕਿੰਨੀਆਂ ਰੇਖਾਵਾਂ ਖਿੱਚ ਸਕਦੇ ਹਾਂ ਆਪਾਂ? ਸਿਰਫ ਇੱਕ। ਜੋ ਮੈਂ ਬੋਲ ਰਿਹਾ ਉਹਨੂੰ ਆਪਣੇ ਵੇ ਨਾਲ ਤੁਸੀਂ ਆਪਣੇ ਨੋਟਸ ਤੇ ਲਿਖ ਸਕਦੇ ਹੋ। ਹੁਣ ਆ ਜਾਓ, ਨੈਕਸਟ ਪੁਆਇੰਟ ਆਪਣਾ ਕੰਪਲੀਟ ਹੋ ਗਿਆ। ਨੈਕਸਟ ਆਪਣੇ ਕੋਲ ਹੈਗੀ ਆ ਰੇਖਾ, ਜਿਹੜੀ ਇੰਗਲਿਸ਼ ਚ ਹੁੰਦੀ ਹੈ ਆਪਣੀ ਲਾਈਨ। ਹੁਣ ਉਹ ਸਾਰਾ ਇਹਦੇ ਵਿੱਚ ਲਿਖਿਆ ਹੋਇਆ ਰੇਖਾ ਬਾਰੇ, ਧਿਆਨ ਨਾਲ ਦੇਖ ਲਿਓ, ਨਾਲ ਨਾਲ ਮੈਂ ਐਕਸਪਲੇਨ ਵੀ ਕਰਦਾ ਰਹੂੰਗਾ। ਇੱਕ ਰੇਖਾ ਦਾ ਕੋਈ ਅੰਤ ਬਿੰਦੂ ਨਹੀਂ ਹੁੰਦਾ। ਜੇ ਮੰਨ ਕੇ ਚਲੋ ਇੱਕ ਰੇਖਾ ਹੈ, ਠੀਕ ਹੈ, ਆ ਮੰਨ ਕੇ ਚਲੋ ਇੱਕ ਲਾਈਨ ਆਪਣੀ, ਇਹਦਾ ਕੋਈ ਵੀ ਅੰਤ ਬਿੰਦੂ ਨਹੀਂ ਹੈਗਾ। ਪਹਿਲਾ ਪੁਆਇੰਟ ਤਾਂ ਇਹ ਬਣ ਗਿਆ ਆਪਣੇ ਕੋਲੇ। ਤੀਰ ਦੇ ਨਿਸ਼ਾਨ ਦਰਸਾਉਂਦੇ ਆ ਕਿ ਰੇਖਾ ਦੇ ਦੋਵੇਂ ਸਿਰਿਆਂ ਨੂੰ ਅਨੰਤ ਤੱਕ ਵਧਾਇਆ ਜਾ ਸਕਦਾ ਹੈ। ਆਹ ਦੇਖੋ, ਮੈਂ ਤੀਰ ਦੇ ਨਿਸ਼ਾਨ ਲਾ ਦੇ ਨਾ, ਤੇ ਇਹ ਆਪਾਂ ਨੂੰ ਕੀ ਦਰਸਾ ਰਹੇ ਆ ਕਿ ਇਹਨਾਂ ਨੂੰ ਆਪਾਂ ਜਿੰਨਾ ਮਰਜ਼ੀ ਖਿੱਚ ਸਕਦੇ ਹਾਂ, ਜਿੱਥੋਂ ਤੱਕ ਮਰਜ਼ੀ। ਠੀਕ ਹੈ, ਜਿੰਨੀ ਆਪਣੀ ਕੈਪੈਸਿਟੀ ਹੈਗੀ ਆ ਆਪਾਂ ਉੱਥੋਂ ਤੱਕ ਵੀ ਖਿੱਚ ਸਕਦੇ ਹਾਂ ਇਹਨੂੰ। ਨੈਕਸਟ ਕੀ ਹੈ? ਇੱਕ ਰੇਖਾ ਉੱਪਰ ਅਣਗਿਣਤ ਬਿੰਦੂ ਹੁੰਦੇ ਹਨ। ਆਪਣੇ ਕੋਲ ਚੌਥਾ ਪੰਜਵਾਂ ਕੁਐਸਚਨ ਇਹ ਬਣ ਗਿਆ ਕਿ ਇੱਕ ਰੇਖਾ ਦੇ ਉੱਪਰ ਕਿੰਨੇ ਬਿੰਦੂ ਬਣਾਏ ਜਾ ਸਕਦੇ ਆ। ਤਾਂ ਇੱਥੇ ਆ ਦੇਖੋ ਬਣਾ ਕੇ ਦਿਖਾਇਆ ਮੈਂ ਕਿ ਅਣਗਿਣਤ, ਜਿੰਨੇ ਮਰਜ਼ੀ ਬਣਾ ਸਕਦੇ ਹੋ ਤੁਸੀਂ। ਜਿੱਡੀ ਵੱਡੀ ਰੇਖਾ ਹੋਊਗੀ ਭਲਾ ਦੀ, ਸਾਰੇ ਉਹਦੇ ਉੱਪਰ ਬਿੰਦੂ ਬਣਾ ਦਿਓ, ਅਣਗਿਣਤ ਬਿੰਦੂ ਬਣਾਏ ਜਾ ਸਕਦੇ। ਕੋਈ ਇੱਕ ਆਪਾਂ ਵੈਲਿਊ ਨਹੀਂ ਦੱਸ ਸਕਦੇ ਕਿ ਕਿੰਨੇ ਆ, ਇਨਫਾਈਨਾਈਟ ਨੰਬਰ ਆਫ ਪੁਆਇੰਟਸ ਬਣਾ ਸਕਦੇ ਆ ਆਪਾਂ। ਨੈਕਸਟ ਕੀ ਹੈ? ਦੋ ਬਿੰਦੂਆਂ ਦੇ ਵਿੱਚੋਂ ਸਿਰਫ ਇੱਕ ਰੇਖਾ ਖਿੱਚੀ ਜਾ ਸਕਦੀ ਹੈ। ਦੇਖੋ ਹੁਣੇ ਦੱਸਿਆ ਸੀ ਨਾ ਮੈਂ ਕਿ ਦੋ ਬਿੰਦੂ ਹੈ, ਉਹਨਾਂ ਵਿੱਚੋਂ ਸਿਰਫ ਤੇ ਸਿਰਫ ਇੱਕ ਰੇਖਾ ਖਿੱਚ ਸਕਦੇ ਆ, ਕਿਉਂਕਿ ਉਹਦਾ ਸਟਾਰਟਿੰਗ ਤੇ ਐਂਡ ਪੁਆਇੰਟ ਹੋ ਜਾਂਦਾ ਉਹ। ਠੀਕ ਹੈ, ਰੇਖਾ ਦੀ ਕੋਈ ਨਿਸ਼ਚਿਤ ਲੰਬਾਈ ਨਹੀਂ ਹੁੰਦੀ। ਸਭ ਤੋਂ ਮੇਨ ਪੁਆਇੰਟ ਜਿਹੜਾ ਇਹਦਾ ਹੈ ਕਿ ਰੇਖਾ ਦੀ ਕੋਈ ਨਿਸ਼ਚਿਤ ਲੰਬਾਈ ਨਹੀਂ ਹੁੰਦੀ। ਨੈਕਸਟ ਕੀ ਹੈ? ਇੱਕ ਦਿੱਤੇ ਹੋਏ ਬਿੰਦੂ ਵਿੱਚੋਂ ਅਣਗਿਣਤ ਰੇਖਾਵਾਂ ਖਿੱਚੀਆਂ ਜਾ ਸਕਦੀਆਂ। ਇੱਥੇ ਦੱਸਿਆ ਸੀ ਨਾ ਮੈਂ, ਦੇਖੋ ਬਣਾ ਕੇ, ਕਿ ਇੱਕ ਜੇ ਬਿੰਦੂ ਦਿੱਤਾ ਨਾ, ਉਹਦੇ ਵਿੱਚੋਂ ਆਪਾਂ ਅਣਗਿਣਤ ਜਿੰਨੀਆਂ ਮਰਜ਼ੀ ਰੇਖਾਵਾਂ ਖਿੱਚ ਸਕਦੇ ਹਾਂ। ਹੁਣ ਮੈਂ ਦੁਬਾਰਾ ਰਿਪੀਟ ਕਰਨ ਲੱਗਿਆ ਥੋੜਾ ਜਿਹਾ ਫਾਸਟ ਕਿ ਕਿਹੜੇ ਕਿਹੜੇ ਆਪਣੇ ਕੋਲ ਕੁਐਸਚਨ ਬਣਦੇ ਆ। ਇੱਕ ਤਾਂ ਇੱਕ ਬਿੰਦੂ ਦੇ ਵਿੱਚੋਂ ਜਿੰਨੀਆਂ ਮਰਜ਼ੀ ਰੇਖਾਵਾਂ ਖਿੱਚ ਲਓ, ਲੰਬਾਈ ਚੜਾਈ ਉਚਾਈ ਨਹੀਂ ਹੁੰਦੀ ਬਿੰਦੂ ਦੀ। ਰੇਖਾ ਹੁੰਦੀ ਹੈ ਜਿਹੜੀ ਉਹਨੂੰ ਅਣਗਿਣਤ ਵਧਾ ਸਕਦੇ ਹਾਂ ਆਪਾਂ। ਇੱਕ ਰੇਖਾ ਉੱਤੇ ਅਣਗਿਣਤ ਬਿੰਦੂ ਵੀ ਬਣਾ ਸਕਦੇ ਹਾਂ। ਦੋ ਬਿੰਦੂਆਂ ਵਿਚਕਾਰ ਇੱਕ ਰੇਖਾ ਖਿੱਚੀ ਜਾਂਦੀ ਹੈ, ਤਾਂ ਰੇਖਾ ਦੀ ਜਿਹੜੀ ਕੋਈ ਨਿਸ਼ਚਿਤ ਲੰਬਾਈ ਨਹੀਂ ਹੁੰਦੀ, ਜਿੰਨੀ ਮਰਜ਼ੀ ਆਪਾਂ ਜਿਵੇਂ ਵਧਾ ਹੀ ਸਕਦੇ ਹਾਂ ਅਣਗਿਣਤ ਲੰਬਾਈ, ਕਿਵੇਂ ਆਪਾਂ ਇਹਨੂੰ ਮੈਜ਼ਰ ਕਰ ਸਕਦੇ ਹਾਂ। ਤਾਂ ਨੈਕਸਟ ਆ ਗਿਆ ਕਿ ਇੱਕ ਦਿੱਤੇ ਹੋਏ ਬਿੰਦੂ ਤੋਂ ਆਪਾਂ ਕਿੰਨੇ ਹੀ ਅਣਗਿਣਤ ਜਿਹੜੀਆਂ ਰੇਖਾਵਾਂ ਖਿੱਚ ਸਕਦੇ ਹਾਂ। ਦੇਖੋ 8 ਤੋਂ 9 MCQ ਬਣ ਗਏ ਤੁਹਾਡੇ ਇਹਦੇ ਵਿੱਚ।
ਤੁਹਾਨੂੰ ਲੱਗ ਰਿਹਾ ਹੋਊਗਾ ਕਿ ਨਹੀਂ, ਪਰ 8 ਤੋਂ 9 MCQ ਆਪਾਂ ਬਣਾ ਚੁੱਕੇ ਹਾਂ ਸਿਰਫ ਇੱਕ ਪੇਜ ਵਿੱਚੋਂ। ਹੁਣ ਨੈਕਸਟ ਗੱਲ ਕਰਦੇ ਹਾਂ। ਨੈਕਸਟ ਆਪਣੇ ਕੋਲ ਆਊਗੀ ਲਾਈਨ ਸੈਗਮੈਂਟ। ਠੀਕ ਹੈ, ਲਾਈਨ ਸੈਗਮੈਂਟ ਨੋਟ ਕਰਦੇ ਰਹੋ ਨਾਲ ਨਾਲ। ਜਿਹੜੀ ਹੈਡਿੰਗ ਹੈ ਉਹਦਾ ਕੀ ਆਪਣੇ ਕੋਲ ਰੇਖਾ ਖੰਡ, ਜਿਹਨੂੰ ਆਪਾਂ ਕਹਿ ਦਿੰਦੇ ਹਾਂ ਰੇਖਾ ਖੰਡ। ਹੁਣ ਇਹਦੀ ਡੈਫੀਨੇਸ਼ਨ ਕੀ ਹੈ ਆਪਣੇ ਕੋਲੇ ਕਿ ਇੱਕ ਰੇਖਾ ਖੰਡ ਇੱਕ ਰੇਖਾ ਦਾ ਹਿੱਸਾ ਹੁੰਦਾ। ਮੰਨ ਕੇ ਚਲੋ ਆ ਰੇਖਾ ਆ ਰੇਖਾ ਹੈ, ਠੀਕ ਹੈ, ਆਪਾਂ ਇਹਨੂੰ ਇੱਥੋਂ ਤੱਕ ਵਧਾ ਲਿਆ। ਜਿਹੜਾ ਆਹ ਵਾਲਾ ਨਾ ਇੰਨਾ ਕੁ, ਆਹ ਵਾਲਾ ਪੁਆਇੰਟ ਜਾਂ ਟੋਟਾ ਕਹਿ ਲਓ ਜਿਹਨੂੰ, ਠੀਕ ਹੈ, ਆਹ ਵਾਲਾ ਟੋਟਾ ਕੀ ਹੈ, ਰੇਖਾ ਖੰਡ। ਕਲੀਅਰ ਹੋ ਗਿਆ। ਹੁਣ ਅੱਗੋਂ ਕੀ ਲਿਖਿਆ ਹੋਇਆ ਆਪਣੇ ਕੋਲ ਕਿ ਜੋ ਇਹ ਦੋ ਅੰਤ ਬਿੰਦੂਆਂ ਦੇ ਵਿਚਕਾਰ ਘਿਰਿਆ ਹੁੰਦਾ। ਹੁਣ ਆ ਬਿੰਦੂ ਮੈਂ ਇੱਥੇ ਬਣਾਏ ਆ ਨਾ, ਦੇਖੋ ਇਹਨਾਂ ਦੇ ਵਿਚਕਾਰ ਘਿਰਿਆ ਹੋਇਆ ਹੈ। ਆਹ ਵਾਲਾ ਸਾਰਾ ਆਪਣੇ ਕੋਲ ਕੀ ਹੈ, ਲਾਈਨ ਸੈਗਮੈਂਟ ਹੈ, ਰੇਖਾ ਖੰਡ ਹੈ। ਇਹ ਦੋ ਅੰਤ ਬਿੰਦੂ ਵਿਚਕਾਰ ਸਭ ਤੋਂ ਛੋਟੀ ਦੂਰੀ ਹੁੰਦੀ ਹੈ। ਇਹ ਲਾਈਨ ਨੂੰ ਸਮਝਣ ਵਾਸਤੇ ਥੋੜਾ ਜਿਹਾ ਧਿਆਨ ਦੇਣਾ ਪੈਣਾ ਤੁਹਾਨੂੰ। ਮੈਂ ਪ੍ਰੈਕਟੀਕਲੀ ਕਰਕੇ ਦਿਖਾ ਦਿੰਦਾ ਇਹਨੂੰ। ਆਹ ਦੇਖੋ, ਧਿਆਨ ਨਾਲ ਦੇਖ ਲਿਓ, ਠੀਕ ਹੈ, ਜੇ ਸਮਝਣਾ ਤਾਂ। ਆਪਣੇ ਕੋਲ ਕੀ ਲਾਈਨ ਹੈ, ਆ ਲੋ, ਆਹ ਲਾਈਨ ਬਣਾਤੀ ਆਪਾਂ, ਇੰਨੀ ਆਪਾਂ ਬਣਾਣੀ ਸੀ, ਆਪਾਂ ਬਣਾ ਲਈ। ਹੁਣ ਇਹਦੇ ਤੇ ਪੁਆਇੰਟ ਲੱਗੇ ਹੋਏ ਆ, ਆਹ A ਪੁਆਇੰਟ ਹੈ, ਆ B ਪੁਆਇੰਟ ਹੈ, ਇੱਥੇ ਆਪਣੇ ਕੋਲੇ ਪੁਆਇੰਟ ਬਣੇ ਹੋਏ ਆ। ਧਿਆਨ ਨਾਲ ਦੇਖੀ ਚੱਲਿਓ, ਫਿਰ ਤੁਹਾਨੂੰ ਚੰਗੀ ਤਰ੍ਹਾਂ ਇਹ ਕੰਸੈਪਟ ਸਮਝ ਆ ਜਾਣਾ, ਨਹੀਂ ਤਾਂ ਕਨਫਿਊਜ਼ ਹੋ ਜਾਓਗੇ ਕਿ ਇਹ ਲਾਈਨ ਦਾ ਮਤਲਬ ਕੀ ਹੈ ਆਪਣੇ ਕੋਲੇ। ਹੁਣ ਇਹਨਾਂ ਨੇ ਕਿਹਾ ਇਹ ਦੋ ਅੰਤ ਬਿੰਦੂਆਂ ਵਿਚਕਾਰ ਸਭ ਤੋਂ ਛੋਟੀ ਦੂਰੀ ਹੁੰਦੀ ਹੈ। ਹੁਣ ਆਪਾਂ ਕੀ ਕਰਨਾ ਹੈ, ਮੰਨ ਕੇ ਚਲੋ ਆਪਾਂ ਆ ਦੋ ਬਿੰਦੂ ਲੈਣੇ ਆ, A ਤੇ B। ਹੁਣ ਸਭ ਤੋਂ ਇਹ ਮੰਨ ਕੇ ਚਲੋ ਆਪਣੇ ਕੋਲ ਐਂਡ ਪੁਆਇੰਟ ਹੈ, ਠੀਕ ਹੈ, ਅੰਤਿਮ ਬਿੰਦੂ ਹੈ, ਠੀਕ ਹੈ, ਜਾਂ ਅੰਤ ਬਿੰਦੂ ਹੈ। ਇਹਨਾਂ ਦੇ ਵਿਚਕਾਰ ਜਿਹੜੀ ਦੂਰੀ ਹੈ ਨਾ ਰੇਖਾ ਖੰਡ ਦੀ, ਉਹ ਸਭ ਤੋਂ ਛੋਟੀ ਹੈ, ਸਭ ਤੋਂ ਛੋਟੀ ਹੈ। ਹੁਣ ਕਿਵੇਂ, ਠੀਕ ਹੈ, ਹੁਣ ਕਿਵੇਂ, ਧਿਆਨ ਦਿਓ ਇੱਧਰ, ਥੋੜਾ ਜਿਹਾ ਜਮਾ ਸੌਖੇ ਤਰੀਕੇ ਨਾਲ ਦੱਸਣ ਲੱਗਿਆ, ਜ਼ਿਆਦਾ ਆਪਾਂ ਟਿਪੀਕਲ ਨਹੀਂ ਜਾਣਾ। ਹੁਣ ਆਪਾਂ ਲੈਣੇ ਸੀ ਇਕੱਲੇ A ਤੇ B ਬਿੰਦੂ, ਠੀਕ ਹੈ, A ਤੇ B ਬਿੰਦੂ ਆਪਾਂ ਲੈ ਲਏ, ਉਹਨਾਂ ਦੇ ਵਿਚਕਾਰ ਦੀ ਦੂਰੀ ਲਵਾਂਗੇ, ਉਹ ਤਾਂ ਆਬਵੀਅਸ ਹੈ। ਪਰ ਜਿਹੜੇ ਬਾਕੀ ਬਿੰਦੂ ਰਹਿ ਗਏ ਉਹਨਾਂ ਨੂੰ ਆਪਾਂ ਇਕੱਠੇ ਕੰਸੀਡਰ ਕਰੀ ਜਾਂਦੇ ਹਾਂ ਕਿ ਇਹ ਸਾਰੇ ਇਕੱਠੇ ਹੈ। ਇਕੱਠੇ ਕਿਵੇਂ, C ਤੋਂ ਲੈ ਕੇ, ਠੀਕ ਹੈ, ਜਾਂ B ਤੋਂ ਲੈ ਕੇ I ਤੱਕ ਇਕੱਠੇ ਹੈ ਨਾ, ਮਤਲਬ ਇਹਨਾਂ ਦੇ ਵਿਚਕਾਰ ਦੀ ਦੂਰੀ ਕੀ ਹੋਊਗੀ, ਵੱਧ ਹੋਊਗੀ। ਤੇ ਜਿਹੜੀ ਇਹਨਾਂ ਵਿਚਕਾਰ ਜਿਹੜੇ ਆਪਾਂ ਲਏ ਆ ਐਂਡ ਵਾਲੇ, ਉਹਨਾਂ 'ਚ ਕੀ ਹੋਊਗੀ, ਘੱਟ ਹੋਊਗੀ। ਹੁਣ ਇੱਕ ਹੋਰ ਐਗਜ਼ਾਮਪਲ ਲੈ ਲੈਂਦੇ ਆ। ਹੁਣ ਮੰਨ ਕੇ ਚਲੋ ਆਪਾਂ ਲੈਣੇ ਆ G ਤੇ I ਬਿੰਦੂ। ਮੈਨੂੰ ਪਤਾ ਹੈ ਇਹਦੇ ਤੁਸੀਂ ਥਿਊਰੀ ਹੋਰ ਤਰ੍ਹਾਂ ਵੀ ਕਰ ਸਕਦੇ ਹੋ, ਪਰ ਜਿਹੜਾ ਮੈਂ ਸੌਖੇ ਤਰੀਕੇ ਨਾਲ ਦਿਮਾਗ 'ਚ ਬਿਠਾ ਰਿਹਾ ਉਹ ਇਦੋਂ ਸੌਖਾ ਤਰੀਕਾ ਕੋਈ ਵੀ ਹੈ ਨਹੀਂ। ਸਿੱਧਾ ਮੰਨ ਕੇ ਚਲੋ ਜੇ ਦਿਮਾਗ 'ਚ ਰੱਟਾ ਲਾਣਾ ਤਾਂ ਇਦੋਂ ਸੌਖਾ ਤਰੀਕਾ ਕੋਈ ਵੀ ਹੈ ਨਹੀਂ। ਹੁਣ ਮੈਂ ਤੁਹਾਨੂੰ ਪੁਆਇੰਟ ਟੂ ਪੁਆਇੰਟ ਗੱਲ ਕਰਾਂ, ਨਹੀਂ, ਕਿਉਂਕਿ ਆਪਾਂ MCQ 'ਚ ਆਨਸਰ ਕਰਨੇ ਆ, ਉੱਥੇ ਤੁਸੀਂ ਥਿਊਰੀ ਨਹੀਂ ਲਿਖਣੀ। ਹੁਣ ਦੇਖੋ ਆਪਾਂ ਲੈਣਾ G ਤੋਂ I, ਠੀਕ ਹੈ, ਹੁਣ ਇਹ ਹੈਗਾ 3 ਸੈਂਟੀਮੀਟਰ। ਤੇ ਓਬਵੀਅਸ ਹੈ ਕਿ G ਤੋਂ ਲੈ ਕੇ A ਤੱਕ ਜਿਹੜੀ ਪੈਂਡਿੰਗ ਹੈ ਉਹ ਜ਼ਿਆਦਾ ਹੋਊਗੀ। ਆਪਣੇ ਅੰਤਿਮ ਬਿੰਦੂ ਕਿਹੜੇ ਸੀਗੇ, G ਤੇ I। G ਤੇ I ਦੀ ਕੀ ਹੈ, ਸਭ ਤੋਂ ਛੋਟੀ ਦੂਰੀ। ਹੁਣ ਕਲੀਅਰ ਹੋ ਗਈ ਚੀਜ਼ ਕਿ ਇਹ ਦੋ ਅੰਤ ਬਿੰਦੂਆਂ ਦੇ ਵਿਚਕਾਰ ਦੀ ਸਭ ਤੋਂ ਛੋਟੀ ਦੂਰੀ ਮੰਨੀ ਜਾਂਦੀ ਹੈ। ਕੀ, ਰੇਖਾ ਖੰਡ। ਰੇਖਾ ਖੰਡ ਦਾ ਜਿਹੜਾ ਕੀ ਹੈ, ਰੇਖਾ ਦਾ ਇੱਕ ਹਿੱਸਾ ਹੁੰਦਾ ਛੋਟਾ ਜਿਹਾ, ਇਹ ਦੋ ਅੰਤ ਬਿੰਦੂਆਂ ਵਿਚਕਾਰ ਦਾ ਘਿਰਿਆ ਹੁੰਦਾ। ਮਤਲਬ ਜੇ ਮੰਨ ਲਓ ਆਪਾਂ ਕੋਈ ਪਾਰਟ ਲਵਾਂਗੇ, ਅੰਤ ਬਿੰਦੂਆਂ ਦੀ ਗੱਲ ਵਾਰ-ਵਾਰ ਕਿਉਂ ਕਰੀ ਜਾਂਦੇ ਆ, ਕਿਉਂਕਿ ਜੇ ਆਪਾਂ ਕੋਈ ਪਾਰਟ ਚੱਕਾਂਗੇ ਤਾਂ ਉਹ ਓਬਵੀਅਸ ਹੈ ਕਿ ਆਪਣੀ ਮਰਜ਼ੀ ਮੁਤਾਬਕ ਚੱਕਾਂਗੇ, ਜਿੰਨਾ ਕੁ ਆਪਾਂ ਨੂੰ ਚਾਹੀਦਾ ਤਾਂ ਉਹ ਕੀ ਹੋਣਗੇ, ਅੰਤ ਬਿੰਦੂ ਹੋਣਗੇ। ਠੀਕ ਹੈ, ਹੁਣ ਇਹ ਤਾਂ ਨਹੀਂ ਸਾਰੀ ਰੇਖਾ ਆਪਾਂ ਚੱਕ ਲਾਂਗੇ। ਜੇ ਤੁਹਾਨੂੰ ਕਹਿਣਗੇ 5 ਸੈਂਟੀਮੀਟਰ ਦੀ ਰੇਖਾ ਖਿੱਚੋ, ਠੀਕ ਹੈ, 5 ਸੈਂਟੀਮੀਟਰ ਰੇਖਾ ਖਿੱਚ ਲਈ ਤੇ ਆਪਾਂ ਨੂੰ ਵਿੱਚੋਂ A ਤੇ B ਪੁਆਇੰਟ ਬਣਾ ਲਏ। A ਤੇ B ਪੁਆਇੰਟ ਦੀ ਦੂਰੀ ਕਿੰਨੀ ਹੈ, 3 ਸੈਂਟੀਮੀਟਰ। ਤਾਂ ਆਪਾਂ 5 ਸੈਂਟੀਮੀਟਰ ਕੀ ਕਰਨੀ ਹੈ, 3 ਸੈਂਟੀਮੀਟਰ ਉਹ ਕੀ ਹੋਈ, ਛੋਟੀ ਦੂਰੀ ਹੁੰਦੀ, ਅੰਤਿਮ ਜਿਹੜੇ ਬਿੰਦੂਆਂ ਦੇ ਵਿਚਕਾਰ ਦੀ ਦੂਰੀ। ਕਲੀਅਰ ਹੋ ਗਿਆ। ਲਾਈਨ ਸੈਗਮੈਂਟ ਕੀ ਹੁੰਦਾ। ਹੁਣ ਚੱਲਦੇ ਹਾਂ ਆਪਾਂ ਨੈਕਸਟ ਕਿਰਨ ਤੇ, ਰੇ। ਕੀ ਆਪਣੇ ਕੋਲੇ, ਕਿਰਨ, ਰੇ। ਹੁਣ ਕਿਰਨ ਕੀ ਹੁੰਦੀ ਆ, ਹੁਣ ਰੇਖਾ ਸੀਗੀ ਜਿਹੜੀ ਅਣਗਿਣਤ ਆਪਾਂ ਉਹਨੂੰ ਖਿੱਚ ਸਕਦੇ ਸੀ, ਜਿੰਨੀ ਮਰਜ਼ੀ ਲੰਬਾਈ ਲਈ ਚੱਲੋ ਉਹਦੀ। ਰੇਖਾ ਖੰਡ ਸੀ ਉਹਦਾ ਛੋਟਾ ਜਿਹਾ ਪਾਰਟ। ਹੁਣ ਕਿਰਨ ਕੀ ਹੁੰਦੀ ਹੈ, ਪਹਿਲਾਂ ਆਪਾਂ ਇਹਦੀ ਪੜ੍ਹਦੇ ਹਾਂ ਡੈਫੀਨੇਸ਼ਨ। ਇੱਕ ਸਮਤਲ ਇੱਕ ਪੱਧਰਾ ਤਲ ਹੈ, ਠੀਕ ਹੈ, ਸੌਰੀ ਰੇਖਾ ਕਿਰਨ ਦੀ ਮੈਂ ਤੁਹਾਨੂੰ ਦੱਸ ਹੀ ਦਿੰਦਾ, ਆਈ ਥਿੰਕ ਲਿਖੀ ਨਹੀਂ ਹੋਈ ਇਹਨੇ ਤੇ, ਲਿਖਣੀ ਮੈਨੂੰ ਲੱਗਦਾ ਭੁੱਲ ਗਿਆ। ਚਲੋ ਕੋਈ ਗੱਲ ਨਹੀਂ, ਕਿਰਨ ਦੀ ਮੈਂ ਵੈਸੇ ਦੱਸ ਦਿੰਦਾ। ਕਿਰਨ ਕੀ ਹੁੰਦੀ ਹੈ, ਕਿਰਨ ਦਾ ਸਿੱਧਾ ਸਿੱਧਾ ਆਪਣੇ ਕੋਲ ਸੌਖੀ ਡੈਫੀਨੇਸ਼ਨ ਇਹ ਹੁੰਦੀ ਹੈ ਕਿ ਕਿਰਨ ਦਾ ਜਿਹੜਾ ਸਟਾਰਟਿੰਗ ਪੁਆਇੰਟ ਹੁੰਦਾ ਆਪਣੇ ਕੋਲੇ, ਠੀਕ ਹੈ, ਜਾਂ ਇੱਕ ਅੰਤਿਮ ਪੁਆਇੰਟ, ਇੱਕ ਪੁਆਇੰਟ ਹੁੰਦਾ, ਜਾਂ ਤਾਂ ਅੰਤਿਮ ਪੁਆਇੰਟ ਹੁੰਦਾ ਤੇ ਜਾਂ ਆਪਣੇ ਕੋਲ ਕੀ ਹੁੰਦਾ, ਸਟਾਰਟਿੰਗ ਪੁਆਇੰਟ ਹੁੰਦਾ। ਮੰਨ ਕੇ ਚਲੋ ਆ ਆਪਣੇ ਕੋਲ ਹੈਗੀ ਹੈ ਕਿਰਨ,
ਆ ਵਾਲੀ ਇੱਕ ਸਾਈਡ ਤੇ ਐਰੋ ਲੱਗਿਆ ਹੋਊਗਾ, ਦੂਸਰੀ ਸਾਈਡ ਤੇ ਪੁਆਇੰਟ ਲੱਗਿਆ ਹੋਊਗਾ, ਇਹਨੂੰ ਆਪਾਂ ਕੀ ਕਵਾਂਗੇ? ਕਿਰਨ। ਇਹਦੀ ਪਹਿਚਾਨ ਹੈ, ਠੀਕ ਹੈ, ਸੌਖੇ ਤਰੀਕੇ ਨਾਲ ਇਹਦੀ ਕੀ ਹੈ? ਪਹਿਚਾਨ ਹੈ, ਬਸ ਇਹੀ ਇਹਦਾ, ਹੋਰ ਕੁਝ ਵੀ ਨਹੀਂ। ਕਿਰਨ ਤਾਂ ਆਈ ਥਿੰਕ ਤਾਂ ਕਰਕੇ ਨਹੀਂ ਲਿਖੀ ਹੋਣੀ ਮੈਂ, ਕਿਉਂਕਿ ਇੱਕ ਨਿੱਕੀ ਜਿਹੀ ਲਾਈਨ ਹੈ, ਦਾ ਕੋਈ ਜ਼ਿਆਦਾ ਲੰਮਾ ਥੋੜਾ ਕਨਸੈਪਟ ਨਹੀਂ ਹੈਗਾ ਕਿ ਇਹਦਾ ਐਂਡ ਪੁਆਇੰਟ ਹੁੰਦਾ ਤੇ ਜਿਹੜੀ ਆਪਣੇ ਕੋਲੇ ਕੀ ਹੈ? ਪੁਆਇੰਟ ਆਪਣੇ ਕੋਲੇ ਕੀ ਹੁੰਦਾ? ਇੱਕ ਸਾਈਡ ਤੇ ਲੱਗਿਆ ਹੁੰਦਾ। ਐਰੋ ਦਾ ਮਤਲਬ ਕੀ ਹੈ? ਇਹਨੂੰ ਆਪਾਂ ਜਿੰਨੀ ਮਰਜ਼ੀ ਅਣਗਿਣਤ ਤੌਰ ਤੇ ਆਪਾਂ ਇਹਨੂੰ ਵਧਾ ਸਕਦੇ ਹਾਂ, ਠੀਕ ਹੈ। ਇਹਨੂੰ ਅਣਗਿਣਤ ਦੇ ਇਹਦਾ ਸਟਾਰਟਿੰਗ ਪੁਆਇੰਟ ਹੁੰਦਾ, ਐਂਡ ਪੁਆਇੰਟ ਹੁੰਦਾ, ਇਹਨੂੰ ਆਪਾਂ ਅਣਗਿਣਤ ਤੌਰ ਤੇ ਇੱਕ ਸਾਈਡ ਤੋਂ ਵਧਾ ਸਕਦੇ ਹਾਂ, ਜਿੰਨੀ ਮਰਜ਼ੀ ਵਧਾ ਲਿਓ। ਚਲੋ ਹੁਣ ਨੈਕਸਟ ਕਰਦੇ ਹਾਂ। ਨੈਕਸਟ ਆਪਣੇ ਕੋਲ ਕੀ ਹੈ? ਉਹ ਹੈਗਾ ਆਪਣੇ ਕੋਲ ਤਲ, ਜਿੰਨੀ ਡੈਫੀਨੇਸ਼ਨ ਲਿਖੀ ਹੋਈ ਹੈ। ਤਲ ਜਿਹਨੂੰ ਇੰਗਲਿਸ਼ 'ਚ ਕਹਿ ਦਿੰਦੇ ਆ ਪਲੇਨ, ਠੀਕ ਹੈ। ਹੁਣ ਇਹਦੀ ਡੈਫੀਨੇਸ਼ਨ ਪਹਿਲਾਂ ਆਪਣੇ ਕੋਲ ਕੀ ਹੈ? ਤਲ ਦਾ ਮਤਲਬ ਕੀ ਹੁੰਦਾ? ਜਿਵੇਂ ਆਪਣੇ ਕੋਲ ਗ੍ਰੀਨ ਗ੍ਰੀਨ ਬਣਿਆ ਨਾ ਸਕਰੀਨ ਦੇ ਸਾਈਡ, ਆਹ ਵਾਲੀ, ਆਹ ਸਮਝ ਲਓ ਤਲ ਹੈ। ਇੱਥੋਂ ਹੀ ਆਪਾਂ ਐਗਜ਼ਾਮਪਲ ਚੱਕ ਲੈਂਦੇ ਹਾਂ। ਆਪਣੇ ਕੋਲ ਕੀ ਹੈ? ਤਾਲ ਹੈ, ਪਲੇਨ, ਇੱਕ ਸਮਤਲ, ਇੱਕ ਪੱਧਰਾ ਤਾਲ ਹੈ ਜੋ ਸਾਰੀਆਂ ਦਿਸ਼ਾਵਾਂ ਵਿੱਚ ਅਨੰਤ ਰੂਪ ਵਿੱਚ ਫੈਲਿਆ ਹੋਇਆ। ਇਹ ਕੀ ਹੈ? ਸਾਰੀਆਂ ਦਿਸ਼ਾਵਾਂ ਵਿੱਚ ਅਨੰਤ ਰੂਪ ਵਿੱਚ ਫੈਲਾ ਸਕਦੇ ਆਪਾਂ ਇਹਨੂੰ। ਹੁਣ ਇਹ ਤਾਂ ਹੈ ਨਹੀਂ ਇੱਥੇ ਖਤਮ ਹੋ ਗਿਆ, ਇਹਨੂੰ ਆਪਾਂ ਇਹ ਵੀ ਲਿਖ ਸਕਦੇ ਹਾਂ, ਬਣਾ ਸਕਦੇ ਹਾਂ, ਠੀਕ ਹੈ। ਇੱਥੋਂ ਇਹ ਨਹੀਂ ਖਤਮ ਹੁੰਦਾ, ਇਹਨੂੰ ਹੋਰ ਆਪਾਂ ਵਧਾ ਸਕਦੇ ਹਾਂ। ਇਹਦਾ ਕੋਈ ਇਹ ਨਹੀਂ ਕਿ ਤੁਸੀਂ ਇੱਕ ਨਿਸ਼ਚਿਤ ਕਰਦਾ, ਜਿਵੇਂ ਤੁਹਾਡੇ ਕੋਲ ਟੇਬਲ ਪਿਆ, ਟੇਬਲ ਤੁਸੀਂ ਕਹਿ ਦੋ ਕਿ ਇਹ ਜਿਹੜਾ ਤਾਲ ਵਾਲਾ ਸਮਤਲ ਟੇਬਲ ਹੈ ਇਹ ਸਭ ਤੋਂ ਵੱਡਾ, ਨਹੀਂ, ਉਦੋਂ ਵੱਡਾ ਵੀ ਟੇਬਲ ਆਉਂਦਾ। ਉਦੋਂ ਵੱਡਾ ਕੀ ਹੈ? ਉਦੋਂ ਵੱਡਾ ਬੈੱਡ ਆਉਂਦਾ। ਬੈੱਡ ਤੋਂ ਵੱਡਾ ਵੀ ਫਿਰ ਹੋਰ ਕੁਛ ਨਾ ਕੁਛ ਬਣਾ ਸਕਦੇ ਹਾਂ ਆਪਾਂ। ਉਵੇਂ ਕੀ ਹੈ, ਜਿਹੜਾ ਸਮਤਲ ਚਪਟੀ ਕੋਈ ਚੀਜ਼ ਹੈ ਜਾਂ ਪੱਧਰੀ ਕੋਈ ਚੀਜ਼ ਹੈ, ਉਹਦਾ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਐਂਡ ਹੈਗਾ। ਉਹਦੀਆਂ ਸਾਰੀਆਂ ਜਿਹੜੀਆਂ ਦਿਸ਼ਾਵਾਂ ਉਹ ਅਨੰਤ ਰੂਪ ਵਿੱਚ ਫੈਲਾ ਜਾ ਸਕਦੀਆਂ। ਹੁਣ ਨੈਕਸਟ ਕੀ ਹੈ? ਇਸ ਦੀ ਕੋਈ ਸੀਮਾ ਨਹੀਂ ਹੁੰਦੀ। ਲਓ ਹੁਣੇ ਮੈਂ ਇਹੀ ਗੱਲ ਕਰ ਰਿਹਾ ਨਾ ਕਿ ਇਹਦੀ ਕੋਈ ਸੀਮਾ ਨਹੀਂ ਹੁੰਦੀ। ਜੇ ਮੰਨ ਲਓ ਛੋਟਾ ਜਿਹਾ ਟੇਬਲ ਪੀੜੀ ਬਣਾਈ ਹੈ, ਪੀੜੀ ਤੋਂ ਆਪਾਂ ਥੋੜਾ ਜਿਹਾ ਟੇਬਲ ਬਣਾਦਾ, ਟੇਬਲ ਤੋਂ ਆਪਾਂ ਹੋਰ ਵੱਡਾ ਟੇਬਲ ਬਣਾ ਲਿਆ, ਫਿਰ ਉਸ ਤੋਂ ਬਾਅਦ ਬੈੱਡ ਬਣਾ ਲਿਆ, ਉਹਦੀਆਂ ਸਾਰੀਆਂ ਚਾਰੋਂ ਸਾਈਡ ਜਿੰਨੋਂ ਮਰਜ਼ੀ ਫੈਲਾ ਸਕਦੇ ਹਾਂ। ਇਹਦੀ ਲੰਬਾਈ ਅਤੇ ਚੌੜਾਈ ਹੁੰਦੀ ਹੈ ਪਰ ਉਚਾਈ ਨਹੀਂ ਹੁੰਦੀ। ਬਸ ਇਸ ਚੀਜ਼ ਦਾ ਧਿਆਨ ਰੱਖਣਾ ਹੈ, ਉਚਾਈ ਨਹੀਂ ਹੁੰਦੀ ਇਹਦੀ, ਠੀਕ ਹੈ। ਹੁਣ ਨੈਕਸਟ ਕੀ ਹੈ? ਤਲ ਸਾਰੀਆਂ ਦਿਸ਼ਾਵਾਂ ਵਿੱਚ ਅਨੰਤ ਰੂਪ ਵਿੱਚ ਫੈਲਿਆ ਹੁੰਦਾ ਹੈ। ਆਪਾਂ ਵਾਰ-ਵਾਰ ਇਹੀ ਗੱਲ ਕਰ ਰਹੇ ਹਾਂ, ਤਲ ਹੈ ਜਿਹੜਾ ਇਹਦੀਆਂ ਸਾਰੀਆਂ ਦਿਸ਼ਾਵਾਂ ਦੇ ਵਿੱਚ ਫੈਲਿਆ ਹੁੰਦਾ ਹੈ। ਅਸੀਂ ਇਸ ਨੂੰ ਕਾਗਜ਼ ਤੇ ਨਹੀਂ ਬਣਾ ਸਕਦੇ। ਤਲ ਦਾ ਕੁਝ ਹਿੱਸਾ ਹੀ ਬਣਾਇਆ ਜਾਂਦਾ, ਜਿਵੇਂ ਹੁਣ ਆ ਗ੍ਰੀਨ ਗ੍ਰੀਨ ਬਣਾਇਆ ਹੋਇਆ ਨਾ, ਇਹਦਾ ਸਮਝੋ ਇਹ ਕੁਝ ਕੁ ਪਾਰਟ ਹੈ, ਇਹ ਪੂਰਾ ਪ੍ਰੋਪਰ ਤਲ ਨਹੀਂਗਾ ਕਿ ਇਹਨੂੰ ਆਪਾਂ ਕਹਿ ਦਾਂਗੇ ਕਿ ਬਹੁਤ ਵੱਡੇ ਲੈਵਲ ਤੇ ਆਪਾਂ ਬਣਾਇਆ। ਕੁਝ ਕੁ ਪਾਰਟ ਆਂਦਾ, ਇਹਨੂੰ ਭਲਾ ਤੁਸੀਂ 50,000 ਮੀਟਰ ਬਣਾ ਲਓ ਤਾਂ ਵੀ ਉਹ ਕੁਝ ਕੁ ਪਾਰਟ ਹੀ ਕਾਊਂਟ ਹੋਊਗਾ, ਕਿਉਂਕਿ ਉਹਦਾ ਕੀ ਹੈ? ਉਹ ਅਨੰਤ ਰੂਪ ਦੇ ਵਿੱਚ ਹੈਗਾ ਤਲ ਹੈ ਜਿਹੜਾ। ਹੁਣ ਨੈਕਸਟ ਚੱਲਦੇ ਆ। ਨੈਕਸਟ ਆਪਣੇ ਕੋਲ ਤਲ ਤੋਂ ਬਾਅਦ ਕੀ ਹੈ? ਉਹ ਹੈਗੀਆਂ ਕਾਟਵੀਆਂ ਰੇਖਾਵਾਂ। ਕਾਟਵੀਆਂ ਰੇਖਾਵਾਂ ਇੱਥੇ ਲਿਖੇ ਹੋਏ ਡੈਫੀਨੇਸ਼ਨ ਦੇ ਵਿੱਚ, ਇੰਗਲਿਸ਼ ਦੇ ਵਿੱਚ ਲਿਖ ਦਿੰਦਾ ਮੈਂ, ਕੀ ਕਹਿੰਦੇ? ਇੰਟਰਸੈਕਟਿੰਗ ਲਾਈਨਸ, ਇੰਟਰਸੈਕਟਿੰਗ ਲਾਈਨਸ, ਠੀਕ ਹੈ, ਇੰਟਰਸੈਕਟਿੰਗ ਲਾਈਨਸ। ਧਿਆਨ ਨਾਲ ਸਮਝ ਲਿਓ, ਜਿਓਮੈਟਰੀ ਹੀ ਥੋੜਾ ਜਿਹਾ ਜਿਹੜਾ ਥਿਊਰੀ ਦੇ ਵਿੱਚ ਬੱਚੇ ਕਨਫਿਊਜ਼ ਹੁੰਦੇ ਆ, ਥਿਊਰੀ ਆ ਗਈ ਤਾਂ ਸਮਝੋ ਤੁਹਾਨੂੰ ਜਿਹੜਾ ਸਾਰੇ ਸਮ ਵੀ ਆ ਜਾਣਗੇ ਨਾਲ ਨਾਲ। ਉਹ ਰੇਖਾਵਾਂ ਜੋ ਇੱਕ ਬਿੰਦੂ ਤੇ ਮਿਲਦੀਆਂ, ਆ ਦੇਖ ਲਓ, ਆ ਇੱਕ ਬਿੰਦੂ ਹੈ, ਆ ਰੇਖਾਵਾਂ ਕੀ ਕਰੀ ਜਾਂਦੀਆਂ? ਰੇਖਾਵਾਂ ਕਰੀ ਜਾਂਦੀਆਂ, ਮਿਲੀ ਜਾਂਦੀਆਂ, ਠੀਕ ਹੈ। ਹੁਣ ਇਹ ਕੀ ਆਪਣੇ ਕੋਲੇ? ਉਹਨਾਂ ਨੂੰ ਕੀ ਕਹਿੰਦੇ ਆ? ਇੰਟਰਸੈਕਟਿੰਗ ਲਾਈਨਸ, ਕਾਟਵੀਆਂ ਰੇਖਾਵਾਂ। ਆ ਕੀ ਹੈ? ਕਾਟਵੀਆਂ ਰੇਖਾਵਾਂ। ਪਰ ਇੱਕ ਚੀਜ਼ ਦਾ ਧਿਆਨ ਰੱਖਿਓ ਬੱਚੇ, ਕਾਟਵੀਆਂ ਰੇਖਾਵਾਂ ਤਾਂ ਪੜ੍ਹ ਲੈਂਦੇ ਆ, ਠੀਕ ਹੈ, ਕਿ ਕਾਟਵੀਆਂ ਰੇਖਾਵਾਂ ਕੀ ਆ? ਰੱਟਾ ਮਾਰ ਲੈਂਦੇ ਆ ਕਿ ਜਿਹੜੀਆਂ ਇੱਕ ਬਿੰਦੂ ਤੇ ਕੱਟੀ ਜਾਂਦੀਆਂ ਉਹਨਾਂ ਨੂੰ ਕਾਟਵੀਆਂ ਰੇਖਾਵਾਂ ਕਹਿੰਦੇ ਆ। ਪਰ ਇੱਕ ਚੀਜ਼ ਵੱਲ ਧਿਆਨ ਨਹੀਂ ਦਿੰਦੇ ਕਿ ਜਿਹੜਾ ਬਿੰਦੂ ਹੁੰਦਾ ਨਾ, ਜਿਹੜਾ ਕਾਟਵੀਆਂ ਰੇਖਾਵਾਂ ਨੂੰ ਕੱਟਦਾ, ਠੀਕ ਹੈ, ਉਹਨੂੰ ਕਹਿੰਦੇ ਕਾਟ ਬਿੰਦੂ। ਉੱਥੇ ਕਿਤੇ ਕਾਟਵੀਆਂ ਰੇਖਾਵਾਂ ਪੁੱਛਣ ਨਾ ਤੇ ਉੱਥੇ ਲਿਖਿਆ ਆ ਜਾਏ ਕਿ ਕਾਟ ਬਿੰਦੂ ਦੀ ਹੇਠਾਂ ਲਿਖਿਆਂ ਵਿੱਚੋਂ ਪਰਿਭਾਸ਼ਾ ਦੱਸੋ, ਠੀਕ ਹੈ। ਹੁਣ ਉਹਦੇ ਵਿੱਚ ਆਪਣੇ ਕੋਲ ਕੀ ਆਊਗਾ ਕਿ ਜਿਹੜਾ ਬਿੰਦੂ ਦੋ ਰੇਖਾਵਾਂ ਨੂੰ ਮਿਲਾਉਂਦਾ, ਠੀਕ ਹੈ, ਉਹਨੂੰ ਕੀ ਕਹਿੰਦੇ ਆ? ਕਾਟ ਬਿੰਦੂ। ਕਲੀਅਰ ਹੈ? ਇਹਨਾਂ ਚੀਜ਼ਾਂ ਨੂੰ ਧਿਆਨ ਚ ਰੱਖਣਾ ਕਿ ਉਹਨੂੰ ਕੁਐਸਚਨ ਨੂੰ ਉਲਟਾ ਕੇ ਵੀ ਪੁੱਛਿਆ ਜਾ ਸਕਦਾ ਕਿਸੇ ਵੀ ਤਰ੍ਹਾਂ ਨਾਲ। ਤੇ ਜਿਹੜੀਆਂ ਦੋ ਇੱਕ ਬਿੰਦੂ ਤੇ ਮਿਲਦੀਆਂ ਰੇਖਾਵਾਂ ਉਹਨਾਂ ਨੂੰ ਕਹਿੰਦੇ ਆ ਇੰਟਰਸੈਕਟਿੰਗ ਲਾਈਨਸ। ਕਲੀਅਰ ਹੋ ਗਿਆ ਹੁਣ ਇਹਨਾਂ? ਹੁਣ ਚੱਲਦੇ ਆਪਾਂ ਨੈਕਸਟ ਪਾਰਟ ਤੇ। ਨੈਕਸਟ ਪਾਰਟ ਕੀ ਹੈ ਆਪਣੇ ਕੋਲੇ? ਮੈਂ ਹੋਮਵਰਕ ਵੀ ਦਊਂਗਾ, ਮੈਂ ਵਾਰ-ਵਾਰ ਕਹਿ ਰਿਹਾ, ਮੈਂ ਹੋਮਵਰਕ ਵੀ ਦਊਂਗਾ। ਹੋਮਵਰਕ ਕਰਨਾ ਸਾਰੇ ਬੱਚਿਆਂ ਨੇ। ਲਾਸਟ ਵਾਲਾ ਹੋਮਵਰਕ ਮੈਂ ਬਾਹਰ ਸੀਗਾ ਤਾਂ ਕਰਕੇ ਦੇ ਨਹੀਂ ਪਾਇਆ, ਅੱਜ ਹੀ ਦੇ ਦੂੰਗਾ, ਤੋਂ ਬਾਅਦ ਵੀਡੀਓ ਤੋਂ ਬਾਅਦ ਜਾਂ ਵੀਡੀਓ ਤੋਂ ਪਹਿਲਾਂ ਹੀ ਸੈਂਡ ਕਰ ਦਿੰਦਾ। ਹੁਣ ਨੈਕਸਟ ਚੱਲਦੇ ਆ। ਹੁਣ ਆ ਗਿਆ ਅੱਗੇ ਆਪਣੇ ਕੋਲੇ, ਹੁਣ ਇਹਦੀ ਆਪਣੇ ਕੋਲੇ ਪਰਿਭਾਸ਼ਾ ਕੀ ਹੈ? ਪਹਿਲਾਂ ਦੇਖੋ ਹੈ ਕੀ ਹੈ। ਇਹਨੂੰ ਕਹਿੰਦੇ ਲੰਬ ਰੇਖਾਵਾਂ। ਇਹ ਕੀ ਹੈ? ਲੰਬ ਰੇਖਾਵਾਂ। ਇੰਗਲਿਸ਼ ਚ ਆਪਾਂ ਇਹਨਾਂ ਨੂੰ ਕੀ ਕਹਿ ਦਿੰਦੇ ਆ? ਲੰਬ ਰੇਖਾਵਾਂ ਨੂੰ। ਲੰਬ ਰੇਖਾਵਾਂ ਹੁੰਦੀਆਂ ਪਰਪੈਂਡੀਕੂਲਰ ਲਾਈਨਸ ਜਾਂ ਪਰਪੈਂਡੀਕੂਲਰ ਲਾਈਨਸ, ਠੀਕ ਹੈ, ਪਰਪੈਂਡੀਕੂਲਰ ਲਾਈਨਸ। ਇੰਗਲਿਸ਼ ਚ ਤਾਂ ਦੱਸਦਾ ਰਹਿਣਾ, ਨਾਲ ਨਾਲ ਬੱਚੇ ਕਈ ਹੁੰਦੇ ਆ ਕਿ ਕਹਿੰਦੇ ਕਿ ਸਰ ਸਾਨੂੰ ਇੰਗਲਿਸ਼ ਚ ਦੱਸ ਦਿਓ, ਪੜਿਆ ਹੋਇਆ ਸੀ। ਹੁਣ ਦੋ ਰੇਖਾਵਾਂ ਇੱਕ ਦੂਸਰੇ ਤੇ ਲੰਬ ਆਖੀਆਂ ਜਾਂਦੀਆਂ ਹਨ ਜੇਕਰ ਉਹ ਜੇ 90 ਡਿਗਰੀ ਦੇ ਕੋਣ ਬਣਾਉਂਦੀਆਂ ਨਾ, ਸਮਝੋ ਲੰਬ ਰੇਖਾ। ਜਿਵੇਂ ਇੱਕ ਪਹਿਲੀ ਐਗਜ਼ਾਮਪਲ ਇਹ ਹੈ, ਆ ਬਣੀ ਜਾਂਦਾ ਆਪਣੇ ਕੋਲੇ,
ਇੱਧਰ ਵੀ 90 ਡਿਗਰੀ ਦਾ ਕੋਣ ਬਣਾ ਸਕਦੇ ਹਾਂ ਆਪਾਂ, ਆ ਵੀ 90 ਡਿਗਰੀ ਦਾ, ਚਾਰੋਂ ਪਾਸੇ 90 ਡਿਗਰੀ ਦਾ ਕੋਣ ਬਣੀ ਜਾਂਦਾ। ਹੁਣ ਆ ਤਾਂ ਸਿੱਧਾ ਸਿੱਧਾ ਹੀ ਹੈ, ਇੱਕ ਹੀ 90 ਡਿਗਰੀ ਦਾ ਕੋਣ ਬਣੀ ਜਾਂਦਾ। ਆ ਵੀ ਨਹੀਂ, ਇਹ ਨਹੀਂ ਦੇਖਣਾ ਕਿ ਥੱਲੇ ਨੂੰ ਬਣੀ ਜਾਂਦਾ, ਲੈਫਟ ਵਾਲੀ ਸਾਈਡ ਤੇ ਬਣੀ ਜਾਂਦਾ, ਰਾਈਟ ਬਣੀ ਜਾਂਦਾ, ਉੱਪਰ ਨੂੰ ਬਣੀ ਜਾਂਦਾ। 90 ਡਿਗਰੀ ਦਾ ਕੋਣ ਹੈ ਤਾਂ ਉਹ ਆਪਣੇ ਕੋਲ ਕੀ ਹੈ, ਲੰਬ ਰੇਖਾ। ਲੰਬ ਰੇਖਾਵਾਂ, ਦੋ ਰੇਖਾਵਾਂ ਇੱਕ ਦੂਸਰੇ ਤੇ ਲੰਬ ਆਖੀਆਂ ਜਾਂਦੀਆਂ ਜਦ ਜੇਕਰ ਉਹ 90 ਡਿਗਰੀ ਦਾ ਕੋਣ ਬਣਾਉਂਦੀਆਂ। ਬਸ ਇੰਨਾ ਯਾਦ ਰੱਖਿਓ, 90 ਡਿਗਰੀ ਦਾ ਕੋਣ ਕਿਹੜਾ ਹੁੰਦਾ, ਸਮਕੋਣ। ਹੋਰ ਲੰਬ ਰੇਖਾਵਾਂ ਦੇ ਵਿੱਚ ਕੋਈ ਵੱਡੀ ਡੈਫੀਨੇਸ਼ਨ ਨਹੀਂ ਹੈਗੀ ਆ, ਤਾਂ ਹੀ ਐਗਜ਼ਾਮਪਲਸ ਦਿੱਤੀਆਂ ਮੈਂ ਤਿੰਨ ਬਣਾ ਕੇ ਤੁਹਾਨੂੰ, ਕਿ ਉਹਨਾਂ ਨੂੰ ਕਹਿੰਦੇ ਆ ਲੰਬ ਰੇਖਾਵਾਂ। ਆ ਦੇਖ ਲਓ, ਜਦੋਂ ਦੋ ਲਾਈਨਾਂ ਮਿਲ ਕੇ ਕੀ ਬਣਾਉਂਦੀਆਂ, 90 ਡਿਗਰੀ ਦਾ ਕੋਣ ਬਣਾਉਂਦੀਆਂ, ਉਹਨੂੰ ਕਹਿੰਦੇ ਆ ਲੰਬ ਰੇਖਾਵਾਂ। ਹੁਣ ਚੱਲਦੇ ਆ ਅੱਗੇ, ਬੇਫਿਕਰ ਹੋ ਜਾਓ, ਤੁਹਾਨੂੰ ਹੋਮਵਰਕ ਦੇ ਵਿੱਚ ਬਹੁਤ ਵਧੀਆ ਕੁਐਸਚਨ ਮਿਲਣ ਵਾਲੇ ਆ। ਹੁਣ ਨੈਕਸਟ ਆਪਣੇ ਕੋਲ ਕੀ ਹੈ, ਨੈਕਸਟ ਹੈਗੀਆਂ ਸਮਾਂਤਰ ਰੇਖਾਵਾਂ। ਠੀਕ ਹੈ, ਸਮਾਂਤਰ ਰੇਖਾਵਾਂ, ਇੰਗਲਿਸ਼ ਦੇ ਵਿੱਚ ਆਪਾਂ ਇਹਨਾਂ ਨੂੰ ਕੀ ਕਹਿੰਦੇ ਆ, ਸਮਾਂਤਰ ਰੇਖਾਵਾਂ ਨੂੰ ਪੈਰਲਲ ਲਾਈਨਸ। ਪੈਰਲਲ ਲਾਈਨਸ ਜਿਹੜੀਆਂ ਕੱਟਦੀਆਂ ਨਹੀਂ ਇੱਕ ਦੂਸਰੇ ਨੂੰ, ਨਾਲ ਨਾਲ ਚੱਲਦੀਆਂ ਹੁੰਦੇ। ਠੀਕ ਹੈ, ਫੋਰ ਐਗਜ਼ਾਮਪਲ ਆ ਵਾਲੀਆਂ ਇਹਨਾਂ ਨੂੰ ਕੀ ਕਹਿੰਦੇ ਆ, ਪੈਰਲਲ ਲਾਈਨ। ਜਿਵੇਂ ਡੈਫੀਨੇਸ਼ਨ 'ਚ ਲਿਖਿਆ ਹੋਇਆ, ਰੇਖਾਵਾਂ ਜੋ ਵਧਾਉਣ ਤੋਂ ਬਾਅਦ ਵੀ ਆਪਸ ਵਿੱਚ ਨਹੀਂ ਮਿਲਦੀਆਂ। ਦੇਖੋ ਹੁਣ ਇਹਨਾਂ ਨੂੰ ਵਧਾਈ ਜਾਂਦੇ ਆ, ਲਓ ਆ ਵਧੀ ਜਾਂਦੀ ਹੈ ਨਾ। ਹੁਣ ਇੱਕ ਹੋਰ ਲਾਈਨ ਹੈ, ਮੰਨ ਕੇ ਚਲੋ ਇੱਥੋਂ ਸ਼ੁਰੂ ਹੋਊਗੀ, ਇੱਥੋਂ ਸ਼ੁਰੂ ਹੁੰਦੀ ਹੈ, ਨਾਲ ਨਾਲ ਚੱਲੀ ਜਾਂਦੀਆਂ ਪਰ ਮਿਲਦੀਆਂ ਨਹੀਂ ਪਈਆਂ। ਠੀਕ ਹੈ, ਉਹਨਾਂ ਨੂੰ ਕੀ ਕਹਿੰਦੇ ਆ, ਸਮਾਂਤਰ ਰੇਖਾਵਾਂ। ਨੈਕਸਟ ਕੀ ਹੈ, ਸਮਤਲ ਰੇਖਾਵਾਂ ਦੇ ਵਿਚਕਾਰ ਦੂਰੀ ਹਮੇਸ਼ਾ ਸਮਾਨ ਹੁੰਦੀ ਹੈ। ਠੀਕ ਹੈ, ਜਿਹੜੀਆਂ ਸਮਤਲ ਰੇਖਾਵਾਂ ਨਾ ਆਪਣੀਆਂ, ਇਹਨਾਂ ਦੇ ਵਿਚਕਾਰ ਦੀ ਦੂਰੀ ਹੈ ਜਿਹੜੀ, ਉਹ ਹਮੇਸ਼ਾ ਕੀ ਹੁੰਦੀ ਹੈ, ਇਕੁਅਲ ਹੁੰਦੀ ਹੈ, ਸਮਾਨ ਹੁੰਦੀ ਹੈ। ਇਸ ਚੀਜ਼ ਦਾ ਧਿਆਨ ਰੱਖਿਓ, ਇਹ ਕੁਐਸਚਨ ਬਣ ਕੇ ਆ ਸਕਦਾ ਉਵੇਂ ਦਾ ਉਵੇਂ, ਕਿ ਸਮਤਲ ਰੇਖਾਵਾਂ ਦੇ ਵਿਚਕਾਰਲੀ ਦੂਰੀ ਹਮੇਸ਼ਾ ਡੈਸ਼ ਹੁੰਦੀ ਹੈ, ਅਲੱਗ-ਅਲੱਗ। ਠੀਕ ਹੈ, ਸਮਾਨ ਕਹਿ ਨਹੀਂ ਸਕਦੇ, ਕੁਝ ਵੀ ਆਨਸਰ, ਕੋਈ ਵੀ ਆਪਸ਼ਨਾਂ ਚੇਪੀਆਂ ਹੋ ਸਕਦੀਆਂ, ਜਾਂ 10 ਸੈਂਟੀਮੀਟਰ, ਕੁਝ ਵੀ ਬੱਚੇ ਨੂੰ ਕਨਫਿਊਜ਼ ਕਰਨਾ ਸੀ, ਜੋ ਉਹਨਾਂ ਦਾ ਦਿਲ ਕਰਦਾ ਉਹਨਾਂ ਨੇ ਕਨਫਿਊਜ਼ ਕਰ ਦੇਣਾ ਕਿਵੇਂ ਨਾ ਕਿਵੇਂ। ਬਸ ਸਮਾਂਤਰ ਰੇਖਾਵਾਂ ਪੈਰਲਲ ਹੁੰਦੀਆਂ, ਇਹਨਾਂ ਨੂੰ ਜਦੋਂ ਵੀ ਭਲਾਂ ਦੀ ਆਪਾਂ ਦੋਵਾਂ ਨੂੰ ਵਧਾਈ ਚੱਲੀਏ, ਇਹ ਕਿਸੇ ਵੀ ਪੁਆਇੰਟ ਤੇ ਮਿਲਣਗੀਆਂ ਨਹੀਂ ਜਾ ਕੇ। ਠੀਕ ਹੈ, ਤੇ ਇਹਨਾਂ ਦਾ ਜਿਹੜਾ ਸਮਤਲ ਰੇਖਾਵਾਂ ਦੇ ਵਿਚਕਾਰਲੀ ਦੂਰੀ ਹੁੰਦੀ ਹੈ, ਉਹ ਕੀ ਹੁੰਦੀ ਹੈ, ਬਰਾਬਰ ਹੁੰਦੀ ਹੈ। ਹੁਣ ਨੈਕਸਟ ਚੱਲਦੇ ਆ, ਨੈਕਸਟ ਆ ਗਿਆ ਆਪਣੇ ਕੋਲੇ ਸੰਗਾਮੀ ਰੇਖਾਵਾਂ। ਸੰਗਾਮੀ ਰੇਖਾਵਾਂ, ਠੀਕ ਹੈ, ਸੰਗਾਮੀ ਰੇਖਾਵਾਂ, ਧਿਆਨ ਦਿਓ ਇੱਧਰ। ਸੰਗਾਮੀ ਰੇਖਾਵਾਂ ਨੂੰ ਆਪਾਂ ਇੰਗਲਿਸ਼ ਦੇ ਵਿੱਚ ਕੀ ਕਹਿੰਦੇ ਆ, ਕੌਨਕਰੈਂਟ ਲਾਈਨਸ। ਠੀਕ ਹੈ, ਕੌਨਕਰੈਂਟ ਲਾਈਨਸ। ਲਓ, ਸੰਗਾਮੀ ਰੇਖਾਵਾਂ। ਹੁਣ ਦੇਖੋ, ਇੱਕ ਸਮਤਲ ਵਿੱਚੋਂ, ਠੀਕ ਹੈ, ਜਾਂ ਇੱਕ ਸਮਤਲ ਵਿੱਚ ਜਦੋਂ ਤਿੰਨ ਜਾਂ ਵੱਧ ਰੇਖਾਵਾਂ ਇੱਕ ਹੀ ਬਿੰਦੂ ਵਿੱਚੋਂ ਲੰਘਦੀਆਂ, ਮੰਨ ਕੇ ਚਲੋ ਆ ਸਮਤਲ ਹੈ। ਠੀਕ ਹੈ, ਇਹਦੇ ਵਿੱਚੋਂ ਇੱਕ ਲਾਈਨ, ਆ ਦੋ ਲਾਈਨ, ਮੰਨ ਕੇ ਚਲੋ ਤੀਜੀ ਲਾਈਨ ਵੀ ਕੱਢਤੀ ਆਪਾਂ। ਠੀਕ ਹੈ, ਹੁਣ ਜਿਵੇਂ ਇਹਦੇ ਵਿੱਚ ਕੀ ਹੈ, ਇੱਕ ਹੀ ਬਿੰਦੂ ਹੈ, ਇਹਦਾ ਇੱਕ ਹੀ ਬਿੰਦੂ ਹੈ ਆ ਰਿਹਾ, ਜਦੋਂ ਉਹਦੇ ਵਿੱਚੋਂ ਲੰਘਦੀਆਂ ਸੰਗਾਮੀ ਰੇਖਾਵਾਂ ਖਵਾਉਂਦੀਆਂ ਹਨ, ਉਹ ਬਿੰਦੂ ਕੀ ਹੁੰਦਾ, ਮੈਂ ਵਾਰ-ਵਾਰ ਕਹਿ ਰਿਹਾ ਕਿ ਕੱਲੀਆਂ ਸੰਗਾਮੀ ਰੇਖਾਵਾਂ ਨਾ ਪੜ ਜਿਓ, ਜਿਹੜਾ ਬਿੰਦੂ ਸੰਗਾਮੀ ਰੇਖਾਵਾਂ ਨੂੰ ਬਣਾ ਰਿਹਾ ਉਹਨੂੰ ਕਹਿੰਦੇ ਸੰਗਾਮੀ ਬਿੰਦੂ। ਇੱਥੇ ਨਾ ਕਨਫਿਊਜ਼ਨ ਹੋ ਜਿਓ। ਠੀਕ ਹੈ, ਕੌਨਕਰੈਂਟ ਪੁਆਇੰਟ ਕਹਿੰਦੇ ਆ ਉਹਨੂੰ, ਇਸ ਚੀਜ਼ ਦਾ ਧਿਆਨ ਰੱਖਿਓ। ਜਿਹੜੀ ਚੀਜ਼ ਦੀ ਡੈਫੀਨੇਸ਼ਨ ਹੁੰਦੀ ਹੈ ਉਹਨੂੰ ਦੋ ਵਾਰ ਪੜੋਗੇ, ਸਮਝ ਤਾਂ ਆ ਜੂਗੀ, ਪਰ ਉਹਦੇ ਵਿੱਚੋਂ ਜਿੰਨੇ ਕੁਐਸਚਨ ਬਣਦੇ ਆ, ਪੋਸੀਬਿਲਿਟੀਜ਼ ਹੋ ਰਹੀਆਂ, ਉਹਨੂੰ ਬਣਾਓ। ਹੁਣ ਇਹਦੇ ਵਿੱਚੋਂ ਕਿੰਨੇ ਕੁਐਸਚਨ ਬਣ ਸਕਦੇ ਆ, ਇਹਦੇ ਵਿੱਚੋਂ ਮੈਂ ਤੁਹਾਡੇ ਸਾਹਮਣੇ ਇੱਕ ਲਾਈਨ ਦੇ ਵਿੱਚੋਂ 4 ਕੁਐਸਚਨ, 3 ਬਣਾ ਦੇਣਾ। ਪਹਿਲਾ ਕੀ ਹੈ, ਇੱਕ ਸਮਤਲ ਵਿੱਚ ਤਿੰਨ ਜਾਂ ਵੱਧ ਰੇਖਾਵਾਂ ਇੱਕ ਹੀ ਬਿੰਦੂ ਵਿੱਚੋਂ ਲੰਘਦੀਆਂ। ਹੁਣ ਜਦੋਂ ਪਹਿਲਾ ਕੁਐਸਚਨ ਤਾਂ ਇਹ ਬਣ ਗਿਆ ਕਿ ਇੱਕ ਸਮਤਲ ਵਿੱਚੋਂ, ਠੀਕ ਹੈ, ਸਮਤਲ ਜਿਵੇਂ ਪਲੇਨ ਵਿੱਚੋਂ, ਇੱਕ ਪਲੇਨ ਵਿੱਚੋਂ ਕਿੰਨੇ ਬਿੰਦੂਆਂ ਵਿੱਚੋਂ ਰੇਖਾਵਾਂ ਲੰਘਣ ਤੇ ਸੰਗਾਮੀ ਰੇਖਾਵਾਂ ਬਣਦੀਆਂ। ਠੀਕ ਹੈ, ਤਾਂ ਆਪਣਾ ਆਨਸਰ ਕੀ ਹੋਊਗਾ, ਇੱਕ ਬਿੰਦੂ ਵਿੱਚੋਂ। ਤੇ ਕਿੰਨੀਆਂ ਰੇਖਾਵਾਂ, ਤਿੰਨ ਰੇਖਾਵਾਂ ਜਾਂ ਜ਼ਿਆਦਾ। ਦੋ ਕੁਐਸਚਨ ਬਣ ਗਏ ਨਾ। ਹੁਣ ਉਸ ਤੋਂ ਬਾਅਦ ਕੀ ਹੈ, ਉਹਨੂੰ ਕਹਿੰਦੇ ਕੀ ਹੈ, ਜਦੋਂ ਇੱਕ ਸਮਤਲ ਵਿੱਚੋਂ, ਇੱਕ ਬਿੰਦੂ ਵਿੱਚੋਂ ਤਿੰਨ ਜਾਂ ਵੱਧ ਰੇਖਾਵਾਂ ਨਿਕਲਦੀਆਂ, ਉਹਨੂੰ ਕਹਿੰਦੇ ਸੰਗਾਮੀ। ਤੇ ਜਿਹੜੇ ਬਿੰਦੂ ਵਿੱਚੋਂ ਨਿਕਲਦੀਆਂ ਰੇਖਾਵਾਂ ਸੰਗਾਮੀ ਰੇਖਾਵਾਂ, ਉਸ ਬਿੰਦੂ ਨੂੰ ਕੀ ਕਹਿੰਦੇ, ਸੰਗਾਮੀ ਬਿੰਦੂ। 4 MCQ ਮੈਂ ਤੁਹਾਡੇ ਸਾਹਮਣੇ ਬਣਾ ਕੇ, ਥੋੜਾ ਜਿਹਾ ਧਿਆਨ ਦੇਣਾ ਤੁਸੀਂ। ਇਸੇ ਵੀਡੀਓ ਦੇ ਵਿੱਚੋਂ ਜਿਹੜੀ ਮੈਂ ਕਰਾ ਰਿਹਾ, ਘੱਟੋ ਘੱਟ ਨਹੀਂ ਤਾਂ 30 ਤੋਂ 40 MCQ ਬਣਾ ਸਕਦੇ ਹੋ, ਘੱਟੋ ਘੱਟ, ਜੇ ਤੁਸੀਂ ਥੋੜਾ ਜਿਹਾ ਧਿਆਨ ਦਿਓਗੇ। ਸਿਰਫ ਤੇ ਸਿਰਫ ਅੱਧਾ ਘੰਟੇ ਦੀ ਗੱਲ ਹੈ, ਸਿਰਫ ਅੱਧਾ ਘੰਟਾ ਲਾਓਗੇ ਤੁਸੀਂ ਇਸ ਵੀਡੀਓ ਤੇ, ਤਾਂ ਤੁਹਾਡੇ 30 ਤੋਂ 40 MCQ ਪੱਕਾ ਬਣਨਗੇ। ਫਿਰ ਦੱਸਿਓ ਮੈਨੂੰ ਤਿਆਰੀ ਹੁੰਦੀ ਹੈ ਕਿ ਨਹੀਂ। ਹੁਣ ਦੇਖੋ ਨੈਕਸਟ ਚੱਲਦੇ ਆ, ਸੰਗਾਮੀ ਬਿੰਦੂ, ਕੌਨਕਰੈਂਟ ਜਿਹੜੇ ਪੁਆਇੰਟਸ ਕਲੀਅਰ ਹੋ ਗਏ ਨਾ। ਹੁਣ ਚੱਲਦੇ ਆ ਆਪਾਂ ਸਮਰੇਖੀ ਬਿੰਦੂ। ਸਮਰੇਖੀ ਬਿੰਦੂ, ਠੀਕ ਹੈ, ਹੁਣ ਆਗੇ ਲਾਈਨਸ ਖਤਮ ਤੋਂ ਬਿੰਦੂ ਤੇ ਆ ਜਾਓ। ਠੀਕ ਹੈ, ਸਮਰੇਖੀ ਬਿੰਦੂ, ਇਹਨੂੰ ਆਪਾਂ ਕੀ ਕਹਿੰਦੇ ਆ, ਕੋਲੀਨੀਅਰ ਪੁਆਇੰਟ। ਕੋਲੀਨੀਅਰ ਪੁਆਇੰਟ, ਠੀਕ ਹੈ।
ਕੋਲੀਨੀਅਰ ਪੁਆਇੰਟ। ਹੁਣ ਦੇਖੋ ਇਹ ਹੁੰਦੇ ਕੀ ਹੈ, ਬਸ ਅੱਜ ਦਾ ਲਾਸਟ ਕੰਸੈਪਟ ਹੈ, ਫਿਰ ਇੱਕ ਦੋ ਤੁਹਾਨੂੰ ਸਮ ਕਰਾਉਂਗਾ, ਫਿਰ ਉਸ ਤੋਂ ਬਾਅਦ ਆਪਣਾ ਕੰਪਲੀਟ। ਫਿਰ ਇਹਨੂੰ ਤੁਸੀਂ ਰਿਵਾਈਜ਼ ਕਰਿਓ, ਮੈਂ ਹੋਮਵਰਕ ਸੈਂਡ ਕਰ ਦੂੰਗਾ। ਇੱਕ ਤਲ ਤੇ, ਠੀਕ ਹੈ, ਤਿੰਨ ਜਾਂ ਵੱਧ ਬਿੰਦੂਆਂ ਨੂੰ ਸਮਰੇਖੀ ਬਿੰਦੂ ਕਹਿੰਦੇ ਹਨ। ਠੀਕ ਹੈ, ਹੁਣ ਇੱਕ ਤਲ ਹੈ ਆਹ ਵਾਲਾ ਆਪਣੇ ਕੋਲ, ਇਹਦੇ ਤੇ ਕੀ ਹੈ ਆਪਣੇ ਕੋਲੇ ਆ ਬਿੰਦੂ ਬਣੇ ਹੋਏ ਆ, ਇਹਨੂੰ ਆਪਾਂ ਕੀ ਕਵਾਂਗੇ, ਸਮਰੇਖੀ ਬਿੰਦੂ। ਘੱਟੋ ਘੱਟ ਕਿੰਨੇ ਹੋਣੇ ਚਾਹੀਦੇ ਆ, ਘੱਟੋ ਘੱਟ ਇਸ ਚੀਜ਼ ਦਾ ਵੀ ਧਿਆਨ ਰੱਖਿਓ, ਮੈਂ ਵਾਰ-ਵਾਰ ਕਹਿ ਰਿਹਾ ਇੱਕ ਡੈਫੀਨੇਸ਼ਨ ਚੋਂ ਕਿੰਨੇ ਕੁਐਸਚਨ ਬਣਨਗੇ, ਵੱਧੋ ਆਪਾਂ ਨੂੰ ਉਹ ਤਾਂ ਦੱਸਤਾ ਕਿ 3 ਜਾਂ 3 ਤੋਂ ਵੱਧ, ਪਰ ਘੱਟੋ ਘੱਟ ਕਿੰਨੇ ਹੋਣੇ ਚਾਹੀਦੇ, 3 ਹੋਣੇ ਹੀ ਚਾਹੀਦੇ ਆ। 3 ਹੋਣੇ ਕਿਵੇਂ ਚਾਹੀਦੇ ਆ, ਦੇਖੋ ਇੱਥੇ ਬਣਾ ਕੇ ਦੱਸੇ ਮੈਂ ਕਿ ਆਹ 3 ਹੈਗੇ ਤਾਂ ਹੈ, ਪਰ ਇਹ ਗਲਤ ਹੈ। ਕਿਉਂ? ਕਿਉਂਕਿ ਇਹ ਇੱਕ ਲਾਈਨ ਤੇ ਇੱਕ ਤਲ ਤੇ ਨਹੀਂ ਹੈਗੇ, ਇੱਕ ਤਲ ਤੇ ਹੋਣੇ ਚਾਹੀਦੇ, ਇਹ ਕੰਡੀਸ਼ਨ ਹੈ, ਇਹ ਇੱਕ ਤਲ ਤੇ ਹੋਣ, ਘੱਟੋ ਘੱਟ 3 ਹੋਣ, ਫਿਰ ਉਹਨੂੰ ਆਪਾਂ ਕਵਾਂਗੇ ਸਮਰੇਖੀ ਬਿੰਦੂ। ਵੇਖੋ ਇੱਕ ਨਿੱਕੀ ਜਿਹੀ ਲਾਈਨ ਚੋਂ 2-3 ਕੁਐਸਚਨ ਬਣ ਗਏ, ਫਿਰ ਉਹਨੂੰ ਆਪਾਂ ਕੀ ਕਵਾਂਗੇ, ਸਮਰੇਖਾ। ਤੁਹਾਡੇ ਸਾਹਮਣੇ ਬਣਾਈਆਂ ਹੋਈਆਂ ਇੱਕ ਲਾਈਨ ਹੈ, 1 2 3 ਬਣੇ ਆ ਤਾਂ ਸਮਰੇਖੀ, 1 2 3 ਹੈਗੇ ਆ ਪਰ ਤੀਸਰਾ ਬਿੰਦੂ ਕਿੱਥੇ ਹੈ, ਆਊਟਸਾਈਡ ਹੈ, ਉਹਨੂੰ ਕੀ ਕਹਿੰਦੇ ਆ, ਅਸਮਰੇਖੀ ਬਿੰਦੂ। ਠੀਕ ਹੈ, ਜੇਕਰ ਉਹ ਇੱਕ ਰੇਖਾ ਉੱਤੇ ਹੋਣਾ, ਇੱਥੇ ਵੀ ਲਿਖਿਆ ਹੀ ਹੋਇਆ ਦੇਖੋ, ਮੈਂ ਕੋਈ ਪੜ੍ਹ ਕੇ ਨਹੀਂ ਤੁਹਾਨੂੰ ਇਹ ਡੈਫੀਨੇਸ਼ਨਸ ਤਾਂ ਲਿਖੀਆਂ ਤਾਂ ਜੋ ਤੁਹਾਨੂੰ ਸਮਝ ਆ ਜਾਏ, ਮੈਂ ਕੋਈ ਪੜ੍ਹ ਕੇ ਨਹੀਂ ਦੱਸ ਰਿਹਾ ਕਿ ਇੱਥੋਂ ਰੀਡ ਮਾਰ ਕੇ ਤੁਹਾਨੂੰ ਉਵੇਂ ਰੱਟਾ ਲਵਾਈ ਹੈ ਨਾ, ਨਹੀਂ, ਮੈਂ ਪਹਿਲਾਂ ਐਗਜ਼ਾਮਪਲ ਦੇ ਰਿਹਾ ਤਾਂ ਫਿਰ ਉਸ ਤੋਂ ਬਾਅਦ ਇੱਥੋਂ ਮੈਂ ਦੇਖ ਰਿਹਾ ਕਿ ਕੀ ਲਿਖਿਆ ਹੋਇਆ। ਚਲੋ ਨੈਕਸਟ ਚੱਲਦੇ ਹਾਂ, ਹੁਣ ਲਾਸਟ ਅੱਜ ਦਾ ਪਹਿਲਾ ਕੁਐਸਚਨ ਆਪਣੇ ਕੋਲ ਕੀ ਹੈ ਕਿ ਇੱਕ ਬਿੰਦੂ ਵਿੱਚੋਂ ਕਿੰਨੀਆਂ ਰੇਖਾਵਾਂ ਲੰਘ ਸਕਦੀਆਂ ਹਨ। ਜਲਦੀ ਜਲਦੀ ਸਾਰੇ ਬੱਚੇ ਆਨਸਰ ਕਰੋ ਇਹਦਾ, ਜਲਦੀ ਜਲਦੀ ਸਾਰੇ ਬੱਚੇ, 3 ਹੀ ਕੁਐਸਚਨ ਹੈ ਬਸ ਅੱਜ ਦੇ ਆਪਣੇ, ਤੇ ਫਿਰ ਹੋਮਵਰਕ ਵੀ ਤੁਹਾਨੂੰ ਸੈਂਡ ਕਰ ਦੂੰਗਾ ਮੈਂ। ਜਲਦੀ ਜਲਦੀ ਸਾਰੇ ਬੱਚੇ ਆਨਸਰ ਕਰੋ, ਕੀ ਆਨਸਰ ਆਊਗਾ ਕਿ ਇੱਕ ਬਿੰਦੂ ਹੈ, ਉਹਦੇ ਵਿੱਚੋਂ ਆਪਾਂ ਕਿੰਨੀਆਂ ਰੇਖਾਵਾਂ ਲਾਈਨਸ ਲੰਘਾ ਸਕਦੇ ਹਾਂ। ਦੂਸਰਾ ਕੁਐਸਚਨ ਕੀ ਹੈ, ਇੱਕ ਰੇਖਾ ਉੱਪਰ ਕਿੰਨੇ ਬਿੰਦੂ ਬਣਾਏ ਜਾ ਸਕਦੇ ਆ, ਇੱਕ ਰੇਖਾ ਉਹਦੇ ਵਿੱਚ ਕਿੰਨੇ ਪੁਆਇੰਟ ਬਣਾ ਸਕਦੇ ਆ ਆਪਾਂ, ਕਿੰਨੇ ਪੁਆਇੰਟ ਬਣਾ ਸਕਦੇ ਆ, ਦੱਸੋ ਸਾਰੇ ਜਣੇ ਆਨਸਰ ਕਰੋ। ਹੁਣ ਆ ਗਿਆ ਲਾਸਟ ਵਾਲਾ ਕਿ ਦੋ ਬਿੰਦੂਆਂ ਵਿੱਚੋਂ ਕਿੰਨੀਆਂ ਰੇਖਾਵਾਂ ਲੰਘ ਸਕਦੀਆਂ, ਦੋ ਬਿੰਦੂ ਹੈ, ਇਹਦੇ ਵਿੱਚੋਂ ਕਿੰਨੀਆਂ ਰੇਖਾਵਾਂ ਲੰਘ ਸਕਦੀਆਂ, 3 ਕੁਐਸਚਨ ਹੈ ਮੋਸਟ ਇੰਪੋਰਟੈਂਟ। ਤਾਂ ਆਪਣਾ ਰਾਈਟ ਆਨਸਰ ਕੀ ਆਊਗਾ, ਪਹਿਲੇ ਦਾ ਦੇਖ ਲਓ, ਇਹਦਾ ਆਊਗਾ ਕਿ ਇੱਕ ਬਿੰਦੂ ਵਿੱਚੋਂ ਜਿੰਨੀਆਂ ਮਰਜ਼ੀ ਲਾਈਨ ਲਗਾ ਲਓ, ਅਣਗਿਣਤ। ਠੀਕ ਹੈ, ਹੁਣ ਇੱਕ ਰੇਖਾ ਉੱਪਰ ਕਿੰਨੇ ਬਿੰਦੂ ਬਣ ਸਕਦੇ ਆ, ਅਣਗਿਣਤ। ਨੈਕਸਟ ਕੀ ਹੈ, ਦੋ ਬਿੰਦੂਆਂ ਵਿੱਚ ਕਿੰਨੀਆਂ ਰੇਖਾਵਾਂ ਲੰਘ ਸਕਦੀਆਂ, ਸਿਰਫ ਇੱਕ। ਕਲੀਅਰ ਹੋ ਗਏ ਆਨਸਰ ਆਪਣੇ, ਦੋ ਰੇਖਾਵਾਂ, ਦੋ ਬਿੰਦੂਆਂ ਵਿੱਚ ਆਪਾਂ ਕਿੰਨੀਆਂ ਰੇਖਾਵਾਂ ਲੰਘਾ ਸਕਦੇ ਹਾਂ, ਇੱਕ। ਹੁਣ ਇਹਨੂੰ ਐ ਤਾਂ ਹੈ ਨਹੀਂ ਇੱਧਰ ਐ ਕਰਕੇ ਐ ਕਰੀ ਚੱਲੋਗੇ, ਨਹੀਂ, ਆਪਾਂ ਰੇਖਾ ਟੇਢੀ ਨਹੀਂ ਕਰਨੀ। ਕਲੀਅਰ ਹੈ, ਤਾਂ ਇਹ ਸੀ ਆਪਣਾ ਅੱਜ ਦਾ ਲੈਕਚਰ। ਬੇਸਿਕ ਜਿਓਮੈਟਰੀਕਲ ਕਨਸੈਪਟ ਹੈਗੇ ਆ ਇਹ, ਇੱਕ ਅੱਧਾ ਲੈਕਚਰ ਹੋਰ ਲਾਵਾਂਗੇ ਇਸੇ ਬੇਸ ਤੇ, ਬਹੁਤ ਵਧੀਆ ਢੰਗ ਨਾਲ ਕਰਾਉਂਗਾ, ਅਗਲਾ ਵੀ ਨਾਲ MCQ ਵੀ ਕਰਾ ਦੂੰਗਾ ਜੇ ਕਹਿੰਦੇ ਆ ਤਾਂ। ਬਹੁਤ ਬਹੁਤ ਸ਼ੁਕਰੀਆ ਆਪਣਾ ਕੀਮਤੀ ਸਮੇਂ ਦੇਣ ਲਈ। ਇਹੀ ਚੀਜ਼ਾਂ ਤੁਹਾਡੀਆਂ ਕਲੀਅਰ ਤੁਹਾਨੂੰ PS ਸੈਟ ਕਰਾ ਦੇਣਗੀਆਂ ਇਹੀ ਚੀਜ਼ਾਂ ਸਿੱਖਣੀਆਂ ਤੁਸੀਂ। ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਸ਼ੁਕਰੀਆ ਆਪਣਾ ਕੀਮਤੀ ਸਮੇਂ ਦੇਣ ਲਈ।